ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ। ਕਿਆ ਕਰੇ ਵਿਚਾਰਿਆ, ਤੁਧ ਬਾਜ ਸਮਰਥ ਕੋਇ ਨਾਹੀਂ। ਕਿਰਪਾ ਕਰ ਬਨਵਾਰੀਆ, ਏਸ ਨੋ ਹੋਰ ਥਾਉ ਨਹੀਂ। ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਝੋਂ। ਕਿਆ ਕਰੇ ਵਿਚਾਰੀਆ, ਕਹਿ ਨਾਨਕ ਲਿਵੈ ਬਾਝੋਂ। ਕਿਆ ਕਰੇ ਵਿਚਾਰੀਆ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਈਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਨਦਰ ਹੋਈ ਔਰ ਇਹਨਾਂ ਪਾਵਨ ਦੀਵਾਨਾਂ ਦੇ ਵਿੱਚ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਸਰਵਨ ਕਰ ਰਹੇ ਸੋ। ਆਓ ਗੁਰੂ ਅਮਰਦਾਸ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ, ਜਿਨ੍ਹਾਂ ਦੇ ਪਿਛਲੇ ਦਿਨਾਂ ਤੋਂ ਲੜੀਵਾਰ ਵਿਚਾਰ ਆਪ ਜੀ ਸਰਵਨ ਕਰ ਰਹੇ ਹੋ। ਵਿਚਾਰ ਅਧੀਨ ਅੰਮ੍ਰਿਤਮਈ ਬਾਣੀ ਦੇ ਅੰਦਰੋਂ 6ਵੀਂ ਪੌੜੀ ਆਪ ਜੀ ਨੇ ਸਰਵਨ ਕੀਤੀ ਹੈ। ਸਤਿਗੁਰ ਕੀ ਨਦਰ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਇਹਨਾਂ ਅੰਮ੍ਰਿਤ ਬਚਨਾਂ ਨੂੰ ਸਾਧ ਸੰਗਤ ਆਪਾਂ ਰਲ ਮਿਲ ਕੇ ਸਾਂਝੇ ਕਰਨਾ ਹੈ। ਕਰੋ ਕਿਰਪਾ, ਆਪ ਜਿਤਨੇ ਤਨ ਗੁਰੂ ਦੇ ਚਰਨਾਂ ਵਿੱਚ ਜੁੜ ਬੈਠੇ ਹੋ, ਸਤਿਗੁਰ ਕੀ ਅੰਮ੍ਰਿਤ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਦਿਓ ਅਸੀਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ। ਸਤਿਗੁਰਾਂ ਨੇ ਇਸ ਪਾਵਨ ਪੌੜੀ ਦੇ ਅੰਦਰ ਜੋ ਅੰਮ੍ਰਿਤ ਬਚਨ ਬਖਸ਼ਿਸ਼ ਕੀਤੇ ਨੇ, ਸਭ ਬਖਸ਼ਿਸ਼ ਕਰਦੇ ਨੇ ਕਿ ਪਰਮਾਤਮਾ ਅਕਾਲ ਪੁਰਖ ਦੀ ਸੱਚੀ ਲਿਵ ਤੋਂ ਬਿਨਾਂ ਸਾਚੀ ਲਿਵੈ। ਲਿਵ ਸ਼ਬਦ ਦਾ ਭਾਵ ਹੁੰਦਾ ਜੋ ਇੱਕ ਤਾਰ ਲਗਾਤਾਰ ਕਿਤੇ ਜੁੜੀ ਹੋਈ ਹੋਵੇ, ਉਹਨੂੰ ਲਿਵ ਦਾ ਨਾਮ ਦਿੱਤਾ ਜਾਂਦਾ ਹੈ। ਜਿਹਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਖੰਡਨ ਨਾ ਹੋਵੇ, ਜੋ ਕੰਟੀਨਿਊ ਇੱਕ ਰਸ ਜਦੋਂ ਕਿਸੇ ਚੀਜ਼ ਨਾਲ ਜੁੜ ਜਾਏ, ਉਹਨੂੰ ਸਤਿਗੁਰ ਨੇ ਪਾਵਨ ਬਾਣੀ ਦੇ ਵਿੱਚ ਲਿਵ ਆਖਿਆ। ਪਰਮਾਤਮਾ ਦੇ ਚਰਨਾਂ ਨਾਲ ਸੁਰਤ ਦਾ ਜੁੜ ਜਾਣਾ ਇਹ ਲਿਵ ਹੈ। ਤੇ ਸਾਚੀ ਸ਼ਬਦ ਅੱਗੇ ਜੁੜ ਲੱਗਾ ਹੈ। ਸਾਚੀ ਦਾ ਭਾਵ ਹੈ ਸੱਚੀ, ਤੇ ਸੱਚ ਸ਼ਬਦ ਦਾ ਭਾਵ ਹੈ ਜੋ ਸਦੀਵੀ ਹੈ, ਹੋਂਦ ਵਾਲਾ ਹੈ, ਜੋ ਕਦੇ ਨਾਸ਼ ਨਹੀਂ ਹੁੰਦਾ, ਜਿੰਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਪਰਿਪੂਰਨ ਪਰਮਾਤਮਾ ਦੇ ਨਾਲ, ਉਹਦੇ ਗੁਣਾਂ ਦੇ ਨਾਲ ਜਿੰਦੀ ਸੁਰਤ ਲਗਾਤਾਰ ਜੁੜੀ ਰਵੇ, ਉਹ ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੁੰਦਾ ਹੈ। ਪਰ ਇੱਥੇ ਅੱਗੇ ਸ਼ਬਦ ਆਇਆ ਹੈ, ਸਾਚੀ ਲਿਵੈ ਬਿਨ।
ਬਿਨ ਦਾ ਮਤਲਬ ਹੋ ਗਿਆ ਬਿਨਾ, ਸੱਚੀ ਲਿਵ ਤੋਂ ਬਿਨਾ, ਪਰਮਾਤਮਾ ਦੇ ਗੁਣਾਂ ਨਾਲ ਜੁੜਿਆਂ ਤੋਂ ਬਿਨਾ, ਪਰਿਪੂਰਨ ਪਰਮਾਤਮਾ ਦੇ ਚਰਨਾਂ ਦੇ ਵਿੱਚੋਂ ਆਨੰਦ ਦੀ ਅਵਸਥਾ ਮਿਲਿਆਂ ਤੋਂ ਬਿਨਾ। ਕਿਉਂਕਿ ਇਸ ਅੰਮ੍ਰਿਤ ਬਾਣੀ ਦੇ ਅੰਦਰ ਸਤਿਗੁਰ ਨੇ ਇਸੇ ਗੱਲ ਦਾ ਜ਼ਿਕਰ ਕੀਤਾ ਵੀ ਗੁਰੂ ਚਰਨਾਂ ਨਾਲ ਜੁੜ ਕੇ ਆਨੰਦ ਕਿਵੇਂ ਮਾਣਿਆ ਜਾਏ। ਆਨੰਦ ਦੀ ਪਰਿਭਾਸ਼ਾ, ਆਨੰਦ ਦੀ ਡੈਫੀਨੇਸ਼ਨ ਸੰਸਾਰਿਕ ਸ਼ਬਦਾਂ ਦੇ ਅੰਦਰ ਅਸੀਂ ਨਹੀਂ ਦੇ ਸਕਦੇ, ਕਿਉਂਕਿ ਸੰਸਾਰਿਕ ਤਲ ਤੇ ਕਿਸੇ ਬੰਦੇ ਨੂੰ ਪੁੱਛਿਆ ਜਾਏ, ਉਹਨੂੰ ਚੰਗਾ ਭੋਜਨ ਮਿਲ ਜਾਏ, ਚੰਗਾ ਖਾਣ ਲਈ ਮਿਲ ਜਾਏ, ਚੰਗਾ ਪਹਿਨਣ ਨੂੰ ਮਿਲ ਜਾਏ, ਤੇ ਮਨੁੱਖ ਅਕਸਰ ਇਹ ਗੱਲ ਕਹਿ ਦਿੰਦਾ ਵੀ ਆਨੰਦ ਬਣਿਆ, ਆਨੰਦ ਹੈ। ਪਰ ਸੱਚ ਹੈ ਵੀ ਸੰਸਾਰ ਦੀਆਂ ਵਸਤੂਆਂ ਦੇ ਵਿੱਚੋਂ ਸਾਧ ਸੰਗਤ ਜੀ ਆਨੰਦ ਦੀ ਪਰਿਭਾਸ਼ਾ ਨੂੰ ਨਹੀਂ ਮਾਣਿਆ ਜਾ ਸਕਦਾ। ਉਹ ਸਿਰਫ ਇੱਕ ਸੰਸਾਰ ਦਾ ਸੁੱਖ ਹੈ, ਕਿਉਂਕਿ ਜੇ ਭੁੱਖ ਲੱਗੀ ਹੈ, ਉਸ ਭੁੱਖ ਨੂੰ ਮਿਟਾਉਣ ਦੇ ਲਈ ਇਨਸਾਨ ਭੋਜਨ ਛਕਦਾ ਹੈ, ਤੇ ਐਸਾ ਨਹੀਂ ਭੋਜਨ ਛਕਣ ਤੋਂ ਬਾਅਦ ਦੁਬਾਰਾ ਭੁੱਖ ਲੱਗੇ ਹੀ ਨਾ, ਦੁਬਾਰਾ ਫਿਰ ਭੁੱਖ ਲੱਗੇਗੀ, ਤੇ ਜਦੋਂ ਭੁੱਖ ਲੱਗੇਗੀ ਅੰਦਰ ਵਿਆਕੁਲਤਾ ਫਿਰ ਦੁਬਾਰਾ ਬਣੇਗੀ। ਪਰ ਜਦੋਂ ਆਨੰਦ ਦੀ ਅਵਸਥਾ ਜੀਵਨ ਵਿੱਚ ਬਣ ਜਾਏ, ਉਹਨੂੰ ਮੇਰੇ ਸਤਿਗੁਰ ਜੀ ਪਾਵਨ ਬਾਣੀ ਵਿੱਚ ਕਹਿੰਦੇ ਨੇ ਕਿ ਹੁਣ ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਐ ਦੁਖ। ਹੁਣ ਸਤਿਗੁਰ ਕਹਿੰਦੇ ਨੇ ਇਸ ਭੁੱਖ ਨੇ ਮੇਰੇ ਅੰਦਰ ਦੇ ਸਾਰੇ ਜਿਹੜੇ ਦੁੱਖ ਸੀ ਉਹਨਾਂ ਦੀ ਨਿਵਰਤੀ ਕਰ ਦਿੱਤੀ। ਸਾਧ ਸੰਗਤ ਇਹ ਸਦੀਵੀ ਆਨੰਦ ਹੈ, ਇਹ ਸਦੀਵੀ ਖੇੜਾ ਹੈ। ਇੱਥੇ ਸ਼ਬਦ ਆ ਗਿਆ ਬਿਨ। ਬਿਨ ਦਾ ਮਤਲਬ ਹੈ ਬਿਨਾ। ਦੇਹ ਨਿਮਾਣੀ, ਦੇਹ ਨਿਮਾਣੀ ਦਾ ਭਾਵ ਹੈ ਦੇਹ ਸਰੀਰ, ਤੇ ਨਿਮਾਣੀ ਦੇ ਅਰਥ ਨੇ ਨਿਆਸਰੀ, ਜਿੰਦੇ ਕੋਲੋਂ ਕੋਈ ਆਸਰਾ ਨਾ ਹੋਵੇ, ਜਿਹੜੀ ਮਾਨ ਤੋਂ ਵਿਹੂਣੀ ਹੋਵੇ। ਇੱਕ ਸ਼ਬਦ ਹੁੰਦਾ ਹੈ ਮਾਨ ਤੇ ਦੂਜਾ ਹੁੰਦਾ ਹੈ ਨਿਮਾਣਾ। ਅਸੀਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਇਤਿਹਾਸ ਨੂੰ, ਹਿਸਟਰੀ ਨੂੰ ਜਦੋਂ ਪੜ੍ਹਦੇ ਹਾਂ ਤੇ ਇਸ ਗੱਲ ਦਾ ਜ਼ਿਕਰ ਸਾਨੂੰ ਸਾਹਮਣੇ ਮਿਲਦਾ ਹੈ ਵੀ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਜਿਦਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਆਪਣੀ ਗਲਵਕੜੀ ਵਿੱਚ ਲਿਆ ਸੀ, ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਗਾਗਰ ਪਾਣੀ ਦੀ ਲੈ ਕੇ ਰੋਜ਼ ਗੁਰੂ ਅੰਗਦ ਦੇਵ ਸਾਹਿਬ ਜੀ ਲਈ ਆਉਂਦੇ ਸਨ, ਜਿਸ ਗਾਗਰ ਨਾਲ, ਜਿਸ ਪਾਣੀ ਨਾਲ ਸਤਿਗੁਰੂ ਜੀ ਇਸ਼ਨਾਨ ਕਰਦੇ ਸਨ। ਅੱਜ ਵੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਆਏ ਤੇ ਰਸਤੇ 'ਚੋਂ ਆਉਂਦਿਆਂ ਜੁਲਾਏ ਦੀ ਖੱਡੀ ਦੇ ਨਾਲ ਪੈਰ ਵੱਜਦਾ ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਡਿੱਗ ਪੈਂਦੇ ਨੇ। ਡਿੱਗਣ ਦੀ ਆਵਾਜ਼ ਜੁਲਾਏ ਦੇ ਘਰ ਪਹੁੰਚਦੀ ਏ, ਖੜਾਕ ਹੁੰਦਾ ਹੈ, ਤੇ ਜੁਲਾਇਆ ਜਿਹੜਾ ਹੈ ਉਹ ਉੱਠ ਕੇ ਕਹਿੰਦਾ ਕੌਣ ਹੈ ਜਿਹਨੂੰ ਇਸ ਅੱਧੀ ਰਾਤ ਦੇ ਵਕਤ ਵੀ ਸਬਰ ਨਹੀਂ। ਤੇ ਉਸ ਜੁਲਾਏ ਦੀ ਘਰ ਵਾਲੀ ਸ਼ਬਦ ਵਰਤਦੀ ਏ, ਉਹ ਕਹਿੰਦੀ ਕੌਣ ਹੋਣਾ ਹੈ? ਇਹ ਉਹੀ ਅਮਰੂ ਨਿਥਾਵਾਂ ਹੋਣਾ ਹੈ ਜਿਹਨੂੰ ਟਿਕਾ ਕੋਈ ਨਹੀਂ। ਸਤਿਗੁਰੂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਜਿਦਨ ਆਪਣੀ ਗਲਵਕੜੀ ਵਿੱਚ ਲਿਆ, ਸਭ ਨੇ ਆਖਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬਾਬਤ ਉਹ ਇਤਿਹਾਸ ਦੇ ਅੰਮ੍ਰਿਤ ਬੋਲ ਜਿਹੜੇ ਸਤਿਗੁਰ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਲਈ ਵਰਤੇ। ਪਾਤਸ਼ਾਹ ਜੀ ਕਹਿਣ ਲੱਗੇ ਨਹੀਂ ਭਾਈ ਅਮਰੂ, ਹੁਣ ਤੂੰ ਗੁਰੂ ਅਮਰਦਾਸ ਬਣ ਕੇ ਨਿਮਾਣਿਆਂ ਦਾ ਮਾਣ ਬਣ ਗਿਆ, ਨਿਤਾਣਿਆਂ ਦਾ ਤਾਣ ਬਣ ਗਿਆ, ਨਿਉਟਿਆਂ ਦੀ ਓਟ ਬਣ ਗਿਆ, ਨਿਆਸਰਿਆਂ ਦਾ ਆਸਰਾ ਬਣ ਗਿਆ। ਉੱਥੇ ਸ਼ਬਦ ਆਇਆ ਨਿਮਾਣਿਆਂ ਦਾ ਮਾਣ। ਨਿਮਾਣਾ ਉਹ ਜਿੰਦੇ ਕੋਲੋਂ ਕੋਈ ਆਸਰਾ ਨਹੀਂ, ਤੇ ਮਾਣ ਉਹ ਜਿਹਨੂੰ ਆਸਰਾ ਮਿਲ ਗਿਆ। ਸਤਿਗੁਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦੇ ਸੱਚੇ ਨਾਮ ਤੋਂ ਬਿਨਾ ਇਹ ਦੇਹ ਜਿਹੜੀ ਹੈ ਇਹ ਨਿਮਾਣੀ ਹੈ। ਇਹਨੂੰ ਆਪਣੇ ਅਸਲ ਟੀਚੇ ਦੀ, ਅਸਲ ਮਕਸਦ ਦੀ, ਅਸਲ ਮਨੋਰਥ ਦੀ ਸੋਝੀ ਨਹੀਂ ਪੈਂਦੀ। ਸੱਚ ਹੈ ਜਦੋਂ ਕਿਸੇ ਦੀ ਸੁਰਤ ਮਾਲਕ ਦੇ ਚਰਨਾਂ ਨਾਲ ਜੁੜ ਜਾਏ, ਖਿਆਲ ਕਰਿਓ ਸਮਝ ਉਸੇ ਮਨੁੱਖ ਨੂੰ ਪੈਂਦੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਇੱਕ ਬਹੁਤ ਪਿਆਰਾ ਅੰਮ੍ਰਿਤ ਬਚਨ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਜਿੰਦੇ ਅੰਦਰ ਪ੍ਰਮਾਤਮਾ ਦਾ ਪ੍ਰੇਮ ਪੈਦਾ ਹੋ ਜਾਏ ਨਾ,
ਉਹ ਕਦੀ ਨਿਮਾਣਾ ਨਹੀਂ ਰਹਿੰਦਾ, ਉਹ ਕਦੀ ਨਿਆਸਰਾ ਨਹੀਂ ਰਹਿੰਦਾ। ਪਰਮਾਤਮਾ ਦੀ ਪ੍ਰੀਤ, ਰੱਬ ਦਾ ਪ੍ਰੇਮ ਉਹਨੂੰ ਐਸੀ ਅਵਸਥਾ ਤੱਕ ਪਹੁੰਚਾ ਦਿੰਦਾ ਹੈ ਕਿ ਉਹ ਪਰਮਾਤਮਾ ਦਾ ਰੂਪ ਹੀ ਬਣ ਜਾਂਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਹੁਤ ਪਿਆਰੇ ਬਚਨ ਨੇ ਜ਼ਿੰਦਗੀ ਨਾਮਾ ਦੇ ਅੰਦਰ। ਉਹਨਾਂ ਦਾ 455ਵਾਂ ਸ਼ਲੋਕ ਹੈ, ਜਿੰਦੇ ਅੰਦਰ ਰੁਬਾਈ ਹੈ, ਜਿੰਦੇ ਅੰਦਰ ਉਹਨਾਂ ਜ਼ਿਕਰ ਕੀਤਾ। ਕਹਿੰਦੇ ਨੇ ਇਸ਼ਕ ਮੌਲਾ ਮਰਤੁਰਾ ਮੌਲਾ ਕੁਨਤ। ਪਰਮਾਤਮਾ ਨਾਲ ਪ੍ਰੇਮ ਕਰ, ਰੱਬ ਨਾਲ ਪਿਆਰ ਕਰ, ਪਰਮਾਤਮਾ ਨਾਲ ਪ੍ਰੀਤ ਕਰ। ਇਹ ਪ੍ਰੀਤ ਤੈਨੂੰ ਸੰਸਾਰ ਵਿੱਚ ਨਿਮਾਣਾ ਨਹੀਂ ਰਹਿਣ ਦੇਗੀ। ਇਹ ਪ੍ਰੀਤ ਇਸ ਅਵਸਥਾ ਤੱਕ ਤੈਨੂੰ ਲੈ ਜਾਏਗੀ ਕਿ ਤੂੰ ਪਰਮਾਤਮਾ ਦਾ, ਮੌਲਾ ਦਾ, ਰੱਬ ਦਾ ਰੂਪ ਹੀ ਹੋ ਨਿਬੜੇਗਾ। ਬੜੇ ਪਿਆਰੇ ਬੋਲ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਇਸ਼ਕ ਮੌਲਾ ਮਰਤੁਰਾ ਮੌਲਾ ਕੁਨਤ ਦਰ ਗਮਾ ਬਿਹਤਰੋ ਔਲਾ ਕੁਨਤ। ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਨਿਵਾਸ ਹੋ ਜਾਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ। ਸਾਹਿਬ ਕਹਿੰਦੇ ਨੇ ਨਾਮ ਤੋਂ ਸਖਣੀ ਦੇ ਨਿਮਾਣੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਜਿੰਦੇ ਅੰਦਰ ਨਾਮ ਟਿਕ ਗਿਆ ਉਹ ਦੇ ਨਿਮਾਣੀ ਨਹੀਂ, ਨਿਆਸਰੀ ਨਹੀਂ ਰਹਿੰਦੀ, ਉਹ ਪਰਮਾਤਮਾ ਦਾ ਰੂਪ ਹੋ ਜਾਂਦੀ ਹੈ। ਉਹ ਕਲੇਸ਼ਾਂ ਤੋਂ ਮੁਕਤ ਹੋ ਜਾਂਦਾ ਹੈ। ਉਹ ਸੱਚ ਵਿੱਚ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਦੇਵ ਸਰੂਪ ਬਣ ਜਾਂਦਾ ਹੈ। ਇਸੇ ਕਰਕੇ ਅੱਜ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਦੇਹ ਨਿਮਾਣੀ ਲਿਵੇ ਬਾਝੋਂ। हे ਪਰਮਾਤਮਾ ਦੇ ਚਰਨਾਂ ਨਾਲ ਆਪਣੀ ਸੁਰਤ ਨੂੰ ਜੋੜ। ਜੇ ਤੇਰੀ ਸੁਰਤ ਰੱਬ ਦੇ ਚਰਨਾਂ ਨਾਲ ਨਾ ਜੁੜੀ, ਗੁਰੂ ਉਪਦੇਸ਼ ਨਾਲ ਨਾ ਜੁੜੀ, ਤੇ ਸਭ ਕਹਿੰਦੇ ਨੇ ਦੇਹ ਨਿਮਾਣੀ ਰਹਿ ਜਾਏਗੀ, ਦੇਹ ਨਿਆਸਰੀ ਰਹਿ ਜਾਏਗੀ। ਖਿਆਲ ਕਰਿਓ ਇਸ ਸੰਸਾਰ ਅੰਦਰ ਇਸ ਦੇਹ ਦਾ ਆਸਰਾ ਕੋਈ ਨਹੀਂ ਜੇ। ਅਸੀਂ ਕਈ ਵਾਰੀ ਸੋਚਨੇ ਹਾਂ, ਕੱਲ ਵੀ ਆਪਾਂ ਇਹਨਾਂ ਬਚਨਾਂ ਨੂੰ ਸਾਂਝਾ ਕੀਤਾ ਸੀ ਔਰ ਸੱਚ ਵਿੱਚ ਪਾਤਸ਼ਾਹ ਜੀ ਨੇ ਕਿੰਨੀਆਂ ਐਗਜ਼ਾਮਪਲਾਂ ਬਾਣੀ ਵਿੱਚ ਸਾਡੇ ਸਾਹਮਣੇ ਰੱਖੀਆਂ ਨੇ, ਜਿੱਥੇ ਪਾਤਸ਼ਾਹ ਜੀ ਕਹਿੰਦੇ ਨੇ ਦੁਨਿਆਵੀ ਤਲ ਤੇ ਪਰਮਾਤਮਾ ਤੋਂ ਬਿਨਾਂ ਸਹਾਰਾ ਕੋਈ ਨਹੀਂ। ਪਾਤਸ਼ਾਹ ਜੀ ਕਹਿੰਦੇ ਨੇ ਹਰ ਕੇ ਨਾਮ ਬਿਨਾਂ ਦੁੱਖ ਪਾਵੇ, ਭਗਤ ਬਿਨਾਂ ਸਹਿਸਾ ਨਹਿ ਚੁੱਕੈ, ਗੁਰ ਇਹ ਭੇਦ ਬਤਾਵੇ। ਬਾਬਾ ਕਬੀਰ ਸਾਹਿਬ ਜੀ ਦੇ ਮੁਬਾਰਕ ਬਚਨ ਨੇ। ਉਹ ਕਹਿੰਦੇ ਨੇ ਸੱਚ ਇਹ ਹੈ ਕਿ ਜਦੋਂ ਤੈਨੂੰ ਸਮਝ ਆ ਗਈ ਕਿ ਦੇਹ ਨਿਮਾਣੀ ਲਿਵੇ ਬਾਝੋਂ, ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਦੇਹ ਨਿਮਾਣੀ ਹੈ, ਇਹ ਦੇਹ ਸਖਣੀ ਹੈ, ਇਹ ਦੇਹ ਦਾ ਕੋਈ ਆਸਰਾ ਨਹੀਂ। ਔਰ ਸੱਚ ਹੈ ਇਹ ਦੇਹ ਦਾ ਆਸਰਾ ਪਰਮਾਤਮਾ ਦਾ ਨਾਮ ਹੈ। ਔਰ ਜਿਦਨ ਇਹਦੇ ਅੰਦਰ ਨਾਮ ਟਿਕ ਜਾਂਦਾ ਹੈ, ਇਸ ਸਰੀਰ ਦੇ ਅੰਦਰ ਨਾਮ ਟਿਕ ਜਾਂਦਾ ਹੈ, ਇਹ ਸਰੀਰ ਇੰਨੀ ਉੱਚੀ ਆਤਮਿਕ ਅਵਸਥਾ ਦਾ ਮਾਲਕ ਬਣ ਜਾਂਦਾ ਹੈ। ਬਾਬਾ ਜੀ ਦੇ ਬੜੇ ਪਿਆਰੇ ਬਚਨ ਨੇ ਬਾਬਾ ਕਬੀਰ ਸਾਹਿਬ ਜੀ ਦੇ। ਉਹ ਕਹਿੰਦੇ ਨੇ ਕਰਵਤ ਭਲਾ ਨਾ ਕਰਵਟ ਤੇਰੀ। ਸਤਿਗੁਰ ਮੈਨੂੰ ਆਰਾ ਤੇ ਚੰਗਾ ਲੱਗਦਾ ਹੈ, ਕੋਈ ਮੇਰੇ ਸਰੀਰ ਤੇ ਆਰਾ ਚਲਾ ਦੇ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਮੁਬਾਰਕ ਹੈ, ਉਸ ਆਰੇ ਦੇ ਦਰਦ ਨੂੰ ਮੈਂ ਮਹਿਸੂਸ ਕਰ ਲਵਾਂਗਾ, ਉਸ ਆਰੇ ਦੇ ਦਰਦ ਨੂੰ ਮੈਂ ਸਹਿ ਲਵਾਂਗਾ। ਪਰ ਕੋਈ ਇਹ ਆਖੇ ਤੂੰ ਪਰਮਾਤਮਾ ਦੇ ਨਾਮ ਤੋਂ ਬੇਮੁਖ ਹੋ ਕੇ ਜੀ ਲੈ, ਬਾਬਾ ਨਾਮ ਕਬੀਰ ਸਾਹਿਬ ਜੀ ਕਹਿੰਦੇ ਨੇ ਮੇਰੇ ਮਾਲਕ ਮੈਂ ਇਹ ਨਹੀਂ ਕਰ ਸਕਦਾ। ਬੜੇ ਪਿਆਰੇ ਬੋਲ ਕਹਿੰਦੇ ਨੇ ਕਰਵਤ ਭਲਾ ਨਾ ਕਰਵਤ ਤੇਰੀ। ਸਤਿਗੁਰ ਮੈਨੂੰ ਤੇਰੀ ਕਰਵਟ ਚੰਗੀ ਨਹੀਂ, ਪਰ ਮੈਨੂੰ ਕਰਵਤ ਭਾਵ ਆਰਾ ਚੰਗਾ ਲੱਗਦਾ ਹੈ। ਲਾਗ ਗਲੇ ਸੁਣ ਬਿਨਤੀ ਮੇਰੀ। ਇਹ ਮੇਰੇ ਸਤਿਗੁਰ ਮੇਰੀ ਇਸ ਬੇਨਤੀ ਨੂੰ ਮੇਰੇ ਗਲੇ ਨਾਲ ਲੱਗ ਕੇ ਸੁਣ, ਭਾਵ ਮੇਰੇ ਨੇੜੇ ਹੋ ਕੇ ਸੁਣ ਲੈ। ਸਤਿਗੁਰ ਮੇਰੀ ਇਹ ਤੇਰੇ ਚਰਨਾਂ ਵਿੱਚ ਬੇਨਤੀ, ਲਾਗ ਗਲੇ ਸੁਣ ਬਿਨਤੀ ਮੇਰੀ। ਪਾਤਸ਼ਾਹ ਜੀ ਕਹਿੰਦੇ ਨੇ ਬਸ ਸਤਿਗੁਰੂ ਜਿਸ ਮਨੁੱਖ ਨੂੰ ਆਪਣੇ ਜੀਵਨ ਵਿੱਚ ਇਸ ਗੱਲ ਦੀ ਸੋਝੀ ਆ ਜਾਏ, ਉਹ ਫਿਰ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਰਾਮਈਆ ਹਉ ਬਾਰਿਕ ਤੇਰਾ। हे ਮੇਰੇ ਰੱਬ ਜੀ ਮੈਂ ਤੇਰਾ ਬੱਚਾ ਹਾਂ, ਕਾਹੇ ਨਾ ਖੰਡਸ ਅਵਗੁਣ ਮੇਰਾ, ਤੂੰ ਮੇਰੇ ਅਵਗੁਣਾਂ ਨੂੰ ਕਿਉਂ ਦੂਰ ਨਹੀਂ ਕਰਦਾ। ਇਹ ਗੱਲ ਚੇਤੇ ਰੱਖੋ ਗੁਰਮੁਖੋ, ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਦੇਹ ਨਿਮਾਣੀ ਹੈ, ਨਿਆਸਰੀ ਹੈ, ਇਹਦਾ ਆਸਰਾ ਸੰਸਾਰ ਵਿੱਚ ਕੋਈ ਨਹੀਂ। ਔਰ ਇਹ ਦੇਹ ਜੇ ਰੱਬ ਦੇ ਨਾਮ ਤੋਂ ਬਿਨਾਂ ਨਿਆਸਰੀ ਹੀ ਮਰ ਗਈ, ਖਤਮ ਹੋ ਗਈ, ਖਾਕ ਵਿੱਚ ਮਿਲ ਗਈ, ਤੇ ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਫਿਰ ਇਸ ਦੇਹ ਦਾ ਇਸ ਸੰਸਾਰ ਵਿੱਚ ਆਉਣ ਦਾ ਮਨੋਰਥ ਪੂਰਾ ਨਹੀਂ ਹੋਏਗਾ।
ਤੁਸੀਂ ਰੋਜ਼ ਬਚਨ ਪੜ੍ਹਦੇ ਹੋ, ਭਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਸਭ ਕਹਿੰਦੇ ਨੇ ਦੇ, ਇਹ ਤੇਰਾ ਵਕਤ ਹੈ ਪ੍ਰਮਾਤਮਾ ਨੂੰ ਮਿਲਣ ਦਾ। ਤਾਂ ਹੀ ਗੁਰੂ ਅਮਰਦਾਸ ਜੀ ਕਹਿੰਦੇ ਨੇ, ਦੇਹ ਨਿਮਾਣੀ ਲਿਵੈ ਬਾਝੋਂ। ਪ੍ਰਮਾਤਮਾ ਦੇ ਨਾਮ ਤੋਂ ਬਿਨਾ ਇਹ ਦੇਹ ਨਿਮਾਣੀ ਹੈ, ਨਿਆਸਰੀ ਹੈ, ਇਹਦਾ ਸੰਸਾਰ ਵਿੱਚ ਕੋਈ ਆਸਰਾ ਨਹੀਂ। ਕਿਆ ਕਰੇ ਵਿਚਾਰੀਆ। ਸਤਿਗੁਰ ਕਹਿੰਦੇ ਨੇ ਇਹ ਦੇਹ ਵਿਚਾਰੀ ਕੀ ਕਰ ਸਕਦੀ ਹੈ। ਭਾਵ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਇਹ ਦੇਹ ਹਮੇਸ਼ਾ ਹੀ ਨਕਾਰੇ ਕੰਮ ਕਰਦੀ ਹੈ, ਇਹ ਦੇਹ ਹਮੇਸ਼ਾ ਹੀ ਮਾੜੇ ਕੰਮ ਕਰਦੀ ਹੈ। ਕਿਉਂਕਿ ਦੇਹ ਨੇ ਉਹ ਕਰਮ ਕਰਨਾ ਹੈ ਜੋ ਸੁਰਤ ਨੇ ਇਹਨੂੰ ਅੰਦਰੋਂ ਆਵਾਜ਼ ਮਾਰਨੀ ਹੈ। ਤੇ ਜੇ ਸੁਰਤ ਅੰਦਰ ਨਾਮ ਨਹੀਂ ਤੇ ਖਿਆਲ ਕਰਿਓ ਦੇਹ ਤੇ ਸੁਰਤ ਦੀ ਪਾਬੰਦ ਹੈ। ਇਹ ਸੁਰਤ ਇਹਨੂੰ ਜਿੱਧਰ ਖਿੱਚ ਕੇ ਲੈ ਜਾਏਗੀ, ਇਸ ਦੇਹ ਨੇ ਉਧਰ ਤੁਰ ਪੈਣਾ ਹੈ। ਇਸ ਦੇਹ ਦਾ ਆਸਰਾ ਜਿਦਨ ਨਾਮ ਬਣ ਗਿਆ, ਭਾਵ ਜਿਦਨ ਸੁਰਤ ਵਿੱਚ ਨਾਮ ਟਿਕ ਗਿਆ, ਇਸੇ ਕਰਕੇ ਸਤਿਗੁਰੂ ਨੇ ਪਹਿਲਾ ਸ਼ਬਦ ਸਾਚੀ ਲਿਵੈ ਵਰਤਿਆ, ਫਿਰ ਪਾਤਸ਼ਾਹ ਜੀ ਨੇ ਦੇਹ ਸ਼ਬਦ ਵਰਤਿਆ। ਕਿਉਂਕਿ ਦੇਹ ਇਸ ਲਿਵ ਤੋਂ ਬਿਨਾ ਨਿਆਸਰੀ ਹੈ, ਨਿਮਾਣੀ ਹੈ। ਔਰ ਲਿਵ ਜੇ ਪ੍ਰਮਾਤਮਾ ਦੇ ਉਪਦੇਸ਼ ਨਾਲ ਜੁੜ ਜਾਏ ਤਾਂ ਹੀ ਦੇਹ ਨੂੰ ਇਹਦਾ ਮਨੋਰਥ ਮਿਲਦਾ, ਦੇਹ ਨੂੰ ਇਹਦਾ ਆਸਰਾ ਮਿਲਦਾ, ਦੇਹ ਨੂੰ ਇਹਦੀ ਟੇਕ ਮਿਲਦੀ ਹੈ। ਇਸੇ ਕਰਕੇ ਸਤਿਗੁਰ ਨੇ ਕਿਹਾ, ਤੁਧ ਬਾਜ ਸਮਰਥ ਕੋਈ ਨਾਹੀ। ਸਤਿਗੁਰ ਜਦੋਂ ਮੈਂ ਦੁਨੀਆ ਵਿੱਚ ਵੇਖਣਾ, ਮੈਨੂੰ ਕੋਈ ਵੀ ਇਸ ਕਾਬਿਲ ਨਜ਼ਰ ਨਹੀਂ ਆਉਂਦਾ ਜਿਹੜਾ ਮੇਰੀ ਇਸ ਨਿਮਾਣੀ ਦੇਹ ਨੂੰ ਸਹਾਰਾ ਦੇ ਸਕੇ, ਜਿਹੜਾ ਮੇਰੀ ਇਸ ਨਿਮਾਣੀ ਦੇਹ ਨੂੰ ਟੇਕ ਦੇ ਸਕੇ। ਸਤਿਗੁਰ ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰਥ ਕੋਈ ਨਾਹੀ। ਸਤਿਗੁਰ ਤੇਰੇ ਤੋਂ ਬਿਨਾ ਕੋਈ ਸਮਰਥ ਨਹੀਂ, ਤੇਰੇ ਤੋਂ ਬਿਨਾ ਕੋਈ ਨਹੀਂ ਜਿਹੜਾ ਇਸ ਦੇਹ ਨੂੰ ਆਸਰਾ ਦੇਵੇ। ਇਹ ਦੇਹ ਸਤਿਗੁਰ ਤੇਰੇ ਨਾਮ ਨਾਲ ਜੁੜਿਆਂ ਤੋਂ ਬਿਨਾ ਇਹਨੂੰ ਆਸਰਾ ਕੋਈ ਨਹੀਂ ਮਿਲਣਾ। ਇਸ ਕਰਕੇ ਸਤਿਗੁਰ ਜੀ ਤੂੰ ਆਪ ਸਮਰੱਥ ਹੈ, ਕਿਰਪਾ ਕਰ ਹੇ ਸਮਰੱਥ ਦਾਤੇ। ਹੇ ਮੇਰੇ ਮਾਲਕ ਜੀ ਰਹਿਮਤ ਕਰ, ਇਸ ਨਿਮਾਣੀ ਦੇਹ ਨੂੰ ਆਪਣੇ ਚਰਨਾਂ ਨਾਲ ਜੋੜ ਲੈ। ਇਸ ਸੁਰਤ ਦੇ ਅੰਦਰ ਨਾਮ ਦਾ ਕਿਣਕਾ ਪੈਦਾ ਹੋ ਜਾਏ, ਇਹ ਦੇਹ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਏ। ਪ੍ਰਮਾਤਮਾ ਦੇ ਨਾਮ ਨਾਲ ਜੁੜਨ ਦਾ ਮਤਲਬ ਹੈ ਇਹਨਾਂ ਦੇਹ ਦੇ ਅੰਦਰ ਜਿਹੜੇ ਗਿਆਨ ਇੰਦਰੇ, ਕਰਮ ਇੰਦਰੇ ਨੇ, ਹਰ ਕਰਮ ਇੰਦਰਾ, ਹਰ ਗਿਆਨ ਇੰਦਰਾ ਗੁਰੂ ਦੇ ਹੁਕਮ ਦੇ ਵਿੱਚ ਕੰਮ ਕਰੇ, ਗੁਰੂ ਦੇ ਹੁਕਮ ਦੇ ਅਕੋਰਡਿੰਗ ਸੰਸਾਰ ਵਿੱਚ ਵਰਤੇ। ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ, ਕਿਰਪਾ ਕਰ ਬਨਵਾਰੀਆ। ਬਨਵਾਰੀਆ ਦੇ ਆਖਰੀ ਅਰਥ ਨੇ ਜਿਹੜਾ ਬਨ ਨੂੰ ਪਾਲਣ ਵਾਲਾ ਹੈ, ਬਨ ਨੂੰ ਸਾਜਣ ਵਾਲਾ ਹੈ। ਮਨ ਦਾ ਮਤਲਬ ਹੈ ਸੰਸਾਰ। ਇਹ ਸੰਸਾਰ ਦੇ ਪਾਲਕ, ਸੰਸਾਰ ਨੂੰ ਬਣਾਉਣ ਵਾਲੇ ਮੇਰੇ ਸਤਿਗੁਰੂ, ਤੂੰ ਆਪ ਕਿਰਪਾ ਕਰ, ਏਸ ਨੌ ਹੋਰ ਥਾਉ ਨਾਹੀ। ਸਤਿਗੁਰਾਂ ਦੇ ਕੋਲੋਂ ਕੋਈ ਹੋਰ ਥਾਂ ਨਹੀਂ, ਏਸ ਨੌ ਹੋਰ ਥਾਉ ਨਾਹੀ। ਇਸ ਦੇਹ ਦੇ ਕੋਲੋਂ ਹੋਰ ਕੋਈ ਥਾਂ ਨਹੀਂ ਜਿੱਥੇ ਜਾ ਕੇ ਇਹ ਦੇਹ ਆਖੇ ਵੀ ਨਹੀਂ ਹੁਣ ਮੈਂ ਪੂਰਨ ਹੋ ਗਈ ਹਾਂ। ਸੱਚ ਹੈ ਗੁਰਮੁਖੋ, ਅਸੀਂ ਦੁਨਿਆਵੀ ਤੌਰ ਤੇ ਆਸਰੇ ਲੱਭਣੇ ਆ। ਕੋਈ ਕਿਸੇ ਥਾਂ ਤੇ ਭਟਕਦਾ ਹੈ, ਕੋਈ ਕਿਸੇ ਥਾਂ ਤੇ ਭਟਕਦਾ ਹੈ। ਸਰੀਰ ਕਰਕੇ ਮਨੁੱਖ ਥਾਵਾਂ ਬਦਲਦਾ ਹੈ, ਪਰ ਆਪਣੀ ਸੁਰਤ ਨੂੰ ਨਾਮ ਨਾਲ ਜੋੜ ਕੇ ਅਡੋਲ ਨਹੀਂ ਕਰਨਾ ਚਾਹੁੰਦਾ। ਸਰੀਰ ਕਰਕੇ ਇਹ ਚੱਲਦਾ ਹੈ। ਸਾਡੇ ਜਿੰਨੇ ਵੀ ਪ੍ਰਯੋਜਨ ਨੇ, ਯਤਨ ਹੁੰਦੇ ਨੇ, ਉਹ ਸਾਰੇ ਸਰੀਰ ਕਰਕੇ ਹੁੰਦੇ ਨੇ। ਅਸੀਂ ਗੁਰੂ ਦੇ ਦਰ ਤੇ ਆਏ, ਸਰੀਰ ਕਰਕੇ ਆਏ, ਪਰ ਸੁਰਤ ਨੂੰ ਗੁਰੂ ਨਾਲ ਨਹੀਂ ਜੋੜਿਆ। ਅਸੀਂ ਜੇ ਸੇਵਾ ਕਰਨ ਲੱਗੇ, ਸਰੀਰ ਕਰਕੇ ਕੁਝ ਸਮਾਂ ਜ਼ਰੂਰ ਕੀਤੀ, ਪਰ ਸੇਵਾ ਨੂੰ, ਗੁਰੂ ਦੇ ਹੁਕਮ ਨੂੰ ਬੁੱਝਿਆ ਨਹੀਂ। ਇਹੀ ਕਾਰਨ ਹੈ ਸਾਡਾ ਕੀਤਾ ਹੋਇਆ ਕਰਮ ਕੁਝ ਸਮੇਂ ਬਾਅਦ ਉਹ ਅਹੰਕਾਰ ਬਣ ਕੇ ਸਾਡੇ ਅੰਦਰ ਪੈਦਾ ਹੋ ਜਾਂਦਾ ਹੈ, ਉਹ ਅਹੰਕਾਰ ਦਾ ਰੂਪ ਲੈ ਲੈਂਦਾ ਹੈ। ਇਸੇ ਕਰਕੇ ਸਤਿਗੁਰ ਕਹਿੰਦੇ ਨੇ, ਏਸ ਨੋ ਹੋਰ ਥਾਉ ਨਾਹੀ। ਸ਼ਬਦ ਲਾਗ ਸਵਾਰਿਆ। ਜੇ ਤੂੰ ਸ਼ਬਦ ਨਾਲ ਜੁੜ ਜਾਏ ਤੇ हे ਮੇਰੇ ਦੇਹ ਤੂੰ ਸਵਰ ਜਾਏਗੀ। ਹੁਣ ਦੇਹ ਨੇ ਸ਼ਬਦ ਨਾਲ ਨਹੀਂ ਜੁੜਨਾ, ਦੇਹ ਨੇ ਜੁੜਨਾ ਹੈ ਸੱਚ ਨਾਲ। ਪਰ ਸੱਚ ਨਾਲ ਦੇਹ ਉਦੋਂ ਜੁੜੇਗੀ ਜਦੋਂ ਸੁਰਤ ਦੇ ਅੰਦਰ ਸੱਚ ਹੋਏਗਾ, ਕਿਉਂਕਿ ਦੇਹ ਨੂੰ ਚਲਾਉਣ ਵਾਲੀ ਸੁਰਤ ਹੈ, ਦੇਹ ਨੂੰ ਚਲਾਉਣ ਵਾਲਾ ਮਨ ਹੈ। ਇਸ ਕਰਕੇ ਸਤਿਗੁਰ ਕਹਿੰਦੇ ਨੇ, ਸ਼ਬਦ ਲਾਗ ਸਵਾਰੀਆ। ਜੇ ਸ਼ਬਦ ਨਾਲ ਜੁੜ ਜਾਏ ਤੇ हे ਮੇਰੀ ਦੇਹ ਤੂੰ ਸਵਰ ਜਾਏਗੀ। ਏਸ ਨੋ ਹੋਰ ਥਾਉ ਨਾਹੀ। ਪਾਤਸ਼ਾਹ ਕਹਿੰਦੇ ਨੇ, ਇਹਦੇ ਕੋਲ ਕੋਈ ਹੋਰ ਥਾਂ ਨਹੀਂ। ਦੇਖੋ ਸਿੱਖ ਭਟਕਦਾ ਹੈ ਸਾਰੀ ਜ਼ਿੰਦਗੀ, ਕਿੰਨੀਆਂ ਥਾਵਾਂ ਅਸੀਂ ਸਾਰੀ ਜ਼ਿੰਦਗੀ ਬਦਲਨੇ ਆ,
ਪਰ ਟਿਕਾਓ ਕੋਈ ਨਹੀਂ ਮਿਲਦਾ, ਕਿਉਂਕਿ ਆਸਰਾ ਉਦੋਂ ਨਹੀਂ ਮਿਲਣਾ ਜਿੱਦਣ ਸੱਚ ਨਾਲ ਜੁੜਾਂਗੇ। ਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਪ੍ਰਤੱਖ ਇੱਕ ਐਗਜ਼ਾਮਪਲ ਨੇ, ਜਿਨ੍ਹਾਂ ਨੇ 20 ਸਾਲ ਲਗਾਤਾਰ ਗੰਗਾ ਦੇ ਤੀਰਥਾਂ ਤੇ ਇਸ਼ਨਾਨ ਕੀਤਾ ਹੈ, ਨਹੀਂ ਕਿਤੋਂ ਟਿਕਾਓ ਮਿਲਿਆ, ਤੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਅੰਦਰ ਜੁੜ ਕੇ ਸਮਝ ਆਈ, ਮੇਰੇ ਮੈਲੇ ਹੋਏ ਮਨੂਰ ਹੋਏ ਮਨ ਨੂੰ ਜੇ ਕੋਈ ਸੋਨੇ ਵਰਗਾ ਕਰ ਸਕਦਾ ਹੈ ਤੇ ਗੁਰੂ ਦਾ ਦਰ ਕਰ ਸਕਦਾ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਕਰ ਸਕਦਾ ਹੈ। ਇਸੇ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਕਹਿ ਨਾਨਕ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਹੇ ਨਿਮਾਣੀ ਦੇ, ਤੂੰ ਪ੍ਰਮਾਤਮਾ ਨਾਲ ਆਪਣੀ ਸੁਰਤ ਨੂੰ ਜੋੜ, ਪ੍ਰਮਾਤਮਾ ਨਾਲ ਆਪਣੀ ਮਤ ਨੂੰ ਜੋੜ। ਜਦੋਂ ਤੂੰ ਪ੍ਰਮਾਤਮਾ ਨਾਲ ਜੁੜ ਜਾਏਂਗੀ, ਤੈਨੂੰ ਸਮਝ ਆ ਜਾਏਗੀ, ਕਹਿ ਨਾਨਕ ਲਿਵੈ ਬਾਝੋਂ, ਕਿ ਇਸ ਲਿਵ ਤੋਂ ਬਿਨਾ, ਇਸ ਸੁਰਤ ਤੋਂ ਬਿਨਾ, ਇਸ ਕੰਟੈਕਟ ਤੋਂ ਬਿਨਾ, ਪਾਤਸ਼ਾਹ ਕਹਿੰਦੇ ਨੇ ਕਿਆ ਕਰੇ ਵਿਚਾਰੀਆ। ਹੈ ਨਿਮਾਣੀ ਦੇ, ਤੂੰ ਕੀ ਕਰ ਸਕਦੀ ਹੈ? ਭਾਵ ਤੂੰ ਇਸ ਸੰਸਾਰ ਦੇ ਅੰਦਰ, ਇਸ ਜਗਤ ਦੇ ਅੰਦਰ ਨਕਾਰੇ ਕੰਮਾਂ ਤੋਂ ਬਚ ਨਹੀਂ ਸਕਦੀ, ਮਾੜੇ ਕੰਮਾਂ ਤੋਂ ਬਚ ਨਹੀਂ ਸਕਦੀ। ਬਚੇਂਗੀ ਉਸੇ ਦਿਨ ਜਿਸ ਦਿਨ ਇਹ ਲਿਵ, ਇਹ ਸੁਰਤ ਪ੍ਰਮਾਤਮਾ ਦੇ ਸ਼ਬਦ ਨਾਲ ਜੁੜ ਜਾਏਗੀ, ਜਿਸ ਦਿਨ ਇਸ ਸੁਰਤ ਦੇ ਅੰਦਰ ਨਾਮ ਟਿਕ ਜਾਏਗਾ। ਔਰ ਜਿਨ੍ਹਾਂ ਦੇ ਅੰਦਰ ਟਿਕ ਜਾਂਦਾ ਹੈ, ਉਹ ਫਿਰ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਤਰ੍ਹਾਂ ਕਹਿ ਦਿੰਦੇ ਨੇ, ਜਿਸ ਪਿਆਰੇ ਸਿਉ ਨੇ ਤਿਸ ਆਗੇ ਮਰ ਚਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨਾ। ਉਹਨਾਂ ਨੂੰ ਸਮਝ ਆ ਜਾਂਦੀ, ਅਤ ਸੁੰਦਰ ਕੁਲੀਨ ਚਤੁਰ, ਮੁਖ ਏਆਨੀ ਧਨਵੰਤ, ਮਿਰਤਕ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਕਿ ਜੇ ਗੁਰੂ ਨਾਲ ਸਾਂਝ ਨਹੀਂ ਬਣੀ ਤੇ ਫਿਰ ਸਤਿਗੁਰ ਕਹਿੰਦੇ ਨੇ, ਸੱਚ ਇਹ ਹੈ, ਜਿਵੇਂ ਮਰੇ ਹੋਏ ਪ੍ਰਾਣੀ ਨੂੰ ਕੋਈ ਜੋ ਮਰਜ਼ੀ ਕਰ ਲਵੇ, ਜਿੱਧਰ ਮਰਜ਼ੀ ਲੈ ਜਾਏ, ਗੰਦਗੀ ਵਿੱਚ, ਚੰਗਿਆਈਆਂ ਵਿੱਚ, ਸੁਗੰਧੀ ਵਿੱਚ, ਕਿਤੇ ਲੈ ਜਾਏ, ਉਸ ਦੇਹ ਨੇ ਉੱਠ ਕੇ ਕੁਝ ਨਹੀਂ ਬੋਲਣਾ। ਇਸੇ ਤਰ੍ਹਾਂ ਜਿਹੜੀ ਦੇ ਨਾਮ ਤੋਂ ਸਖਣੀ ਹੈ, ਉਹ ਸਾਰੀ ਜ਼ਿੰਦਗੀ ਥਾਂ ਬਰ ਥਾਂ ਭਟਕਦੀ ਹੈ, ਉਹਨੂੰ ਨਹੀਂ ਸਮਝ ਆਉਂਦੀ ਚੰਗਾ ਕੀ ਹੈ ਮਾੜਾ ਕੀ ਹੈ। ਪਰ ਜਿੱਦਣ ਗੁਰੂ ਦੇ ਉਪਦੇਸ਼ ਨਾਲ ਜੁੜ ਜਾਂਦੀ ਹੈ, ਫਿਰ ਸਮਝ ਆ ਜਾਂਦੀ ਹੈ, ਫਿਰ ਇਹ ਤਰਲਾ ਲੈਂਦੀ ਗੁਰੂ ਦੇ ਚਰਨਾਂ ਦੇ ਵਿੱਚ ਕਿ ਮੇਰੇ ਮਾਲਕ ਜੀ, ਕਹਿ ਨਾਨਕ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ।